ਥੋੜ੍ਹੇ ਦਿਨ ਹੋਏ ਨੇ ਇੱਕ ਪੰਜਾਬੀ ਫਿਲਮ ਵੇਖੀ ਇੰਡੀਆ ਦੀ। ਬੜਾ ਸ਼ੁਰਾ ਸੀ ਹੁੰਦਾ ਫਿਲਮ ਦਾ। ਅਤੇ ਪੰਜਾਬ ਔਰ ਉਹਦੀ ਸਕਾਫਤ ਨਾਲ, ਤਾਰੀਖ ਨਾਲ ਜੁੜੀ ਜਿਹੜੀ ਚੀਜ਼ ਹੋਵੇ, ਕਿਤਾਬ ਹੋਵੇ, ਬੰਦਾ ਹੋਵੇ ਜਾਂ ਫਿਲਮ ਹੋਵੇ, ਉਹਦੇ ਤੱਕ ਪਹੁੰਚਣ ਦੀ ਮੇਰੀ ਕੋਸ਼ਿਸ਼ ਹੁੰਦੀ। ਥੋੜ੍ਹੀ ਦੇਰ ਹੋ ਗਈ ਬਾਕੀ ਮਸੂਫੀਅਤ ਦੀ ਵਜ੍ਹਾ ਨਾਲ। ਫਿਲਮ ਦਾ ਨਾਮ ਹੈ ਅਮਰ ਸਿੰਘ ਚਮਕੀਲਾ। ਈਸਟਰਨ ਪੰਜਾਬ ਦੇ ਇੱਕ ਫਨਕਾਰ ਨੇ, ਲੋਕ ਫਨਕਾਰ, ਗੁਲੂਕਾਰ, ਜਿਹੜਾ ਆਪਣੇ ਗੀਤ ਆਪ ਲਿਖਦਾ ਔਰ ਉਹ ਵੇਖਦਾ ਜਦੋਂ ਉਹਨੂੰ ਮੌਕਾ ਨਹੀਂ ਮਿਲਦਾ ਅਤੇ ਗਾਣੇ ਦੇ ਵਿੱਚ ਥੋੜ੍ਹੀ ਜਿਹੀ ਵਲਗੈਰਿਟੀ ਪੈਦਾ ਕਰਦਾ ਲਿਖਣ ਲੱਗਿਆ। ਔਰ ਉਹੀ ਜਿਹੜਾ ਆਹੰਗ ਹੈ ਉਹ ਲੋਕਾਂ ਨੂੰ ਪਸੰਦ ਆ ਜਾਂਦਾ ਔਰ ਉਹ ਰਾਤੋਂ ਰਾਤ ਜਿਹੜਾ ਹੈ ਉੱਥੋਂ ਦਾ ਸੁਪਰਸਟਾਰ ਬਣ ਜਾਂਦਾ। ਫਿਰ ਉਹਦੇ ਉੱਤੇ ਕੁਝ ਸਖਤੀਆਂ ਆਉਂਦੀ। ਜਿਹੜੇ ਉੱਥੇ ਖਾਲਿਸਤਾਨ ਦੇ ਹਾਮੀ ਨੇ, ਤਹਿਰੀਕ ਚਲਾ ਰਹੇ, ਉਹ ਉਹਨੂੰ ਕਹਿੰਦੇ ਨੇ ਕਿ ਇਹ ਤੂੰ ਫਿਲਮ ਗਾਣਿਆਂ ਦੇ ਵਿੱਚ ਜਿਹੜਾ ਗੰਦੇ ਬੋਲ ਲਿਖਣਾ ਹੈ, ਗੰਦੀ ਸਿਚੁਏਸ਼ਨ ਲਿਖਣਾ ਹੈ, ਇਹ ਨਾ ਲਿਖ। ਉਹ ਉਹਨਾਂ ਨਾਲ ਵਾਅਦਾ ਕਰ ਲੈਂਦਾ ਔਰ ਉਸ ਤੋਂ ਬਾਅਦ ਉਹ ਚੰਗੀਆਂ ਚੀਜ਼ਾਂ ਗਾਉਣ ਦੀ ਕੋਸ਼ਿਸ਼ ਕਰਦਾ, ਧਰਮੀ ਗਾਣੇ ਗਾਉਂਦਾ ਅਤੇ ਉਹਨਾਂ ਨੂੰ ਬੜੀ ਮਕਬੂਲੀਅਤ ਹੁੰਦੀ। ਲੇਕਿਨ ਇੱਕ ਮਹਿਫਲ ਦੇ ਵਿੱਚ ਜਦੋਂ ਧਰਮੀ ਗਾਣਾ ਗਾ ਕੇ ਰੁਖਸਤ ਹੋਣ ਲੱਗਦਾ ਅਤੇ ਮਜਮਾ ਕਹਿੰਦਾ ਕਿ ਹੁਣ ਤੂੰ ਆਪਣੇ ਪੁਰਾਣੇ ਗਾਣੇ ਸੁਣਾ। ਉਹ ਕਹਿੰਦਾ ਮੈਂ ਤੋਬਾ ਕਰ ਲਈ, ਮੈਂ ਹੁਣ ਇਸ ਤਰ੍ਹਾਂ ਦੇ ਗਾਣੇ ਨਹੀਂ ਗਾਉਣਾ। ਮਜਮਾ ਮਜਬੂਰ ਕਰਦਾ ਅਤੇ ਆਖਰ ਉਹਨੂੰ ਉਹੀ ਗਾਣਾ ਗਾਉਣਾ ਪੈਂਦਾ। ਇਸ ਤਰ੍ਹਾਂ 2-4 ਵਾਕਿਆਤ ਹੁੰਦੇ ਨੇ। ਉਹਨੂੰ ਵਾਰਨ ਕੀਤਾ ਜਾਂਦਾ ਹੈ ਕਿ ਇੰਝ ਦਾ ਕੰਮ ਤੂੰ ਨਾ ਕਰ, ਲੇਕਿਨ ਉਹ ਮਜਮੇ ਦੇ ਹੱਥੋਂ ਮਜਬੂਰ ਹੋ ਕੇ ਕਰਦਾ, ਉਹਦਾ ਦਿਲ ਨਹੀਂ ਕਰਦਾ। ਔਰ ਫਿਰ ਇੱਕ ਕੰਸਰਟ ਤੋਂ ਪਹਿਲੇ ਉਹਨੂੰ ਅਤੇ ਉਹਦੀ ਬੀਵੀ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਇਹ 1986 ਦੇ ਲਗਭਗ ਦਾ ਵਾਕਿਆ ਔਰ ਉਹਦੇ ਉੱਤੇ ਫਿਲਮ ਬਣਾਈ। ਫਿਲਮ ਬਹੁਤ ਅੱਛੀ ਬਣੀ। ਉਹਦੇ ਡਰੈਸਿਸ, ਉਹਦੇ ਆਵਾਜ਼ਾਂ, ਉਹਦੇ ਮੰਜ਼ਰਨਾਮੇ ਉਹੀ ਰੱਖੇ ਗਏ ਜਿਹੜੇ ਉਸ ਦੌਰ 'ਚ ਗਏ। ਔਰ ਉਸ ਦੌਰ ਦੇ ਸਿਰਫ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਨੂੰ ਨਹੀਂ, ਬਲਕਿ ਉਹਦੇ ਇਰਦ ਗਿਰਦ ਜਿੰਨੇ ਖਿਲਰੇ ਕਿਰਦਾਰ ਸਨ ਉਹਨਾਂ ਨੂੰ ਵੀ ਇਕੱਠਾ ਕੀਤਾ ਗਿਆ ਔਰ ਇੱਕ ਅੱਛੀ ਮੂਵੀ ਬਣ ਗਈ। ਟੈਕਨੀਕਲੀ ਕੁਝ ਹੋਰ ਚੀਜ਼ਾਂ ਹੋ ਸਕਦੀਆਂ ਨੇ ਡਿਸਕਸ ਕਰਨ ਵਾਲੀ, ਲੇਕਿਨ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਇਹ ਵੇਖ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਫਨਕਾਰ ਹੈਗੇ ਨੇ ਜਿਨ੍ਹਾਂ ਦੇ ਉੱਤੇ ਫਿਲਮ ਬਣ ਸਕਦੀ, ਜਿਨ੍ਹਾਂ ਦੇ ਉੱਤੇ ਡਰਾਮੇ ਬਣ ਸਕਦੇ ਨੇ। ਲੇਕਿਨ ਖ਼ਾਸ ਤੌਰ 'ਤੇ ਜਿਹੜੇ ਸਾਡੇ ਪੰਜਾਬ ਦੇ, ਪਾਕਿਸਤਾਨੀ ਪੰਜਾਬ ਹੈ, ਇੱਥੋਂ ਦੇ ਫਿਲਮਸਾਜ਼, ਡਰਾਮਾ ਰਾਈਟਰਸ, ਹਦਾਇਤਕਾਰਾਂ ਨੂੰ ਇਸ ਪਾਸੇ ਧਿਆਨ ਹੀ ਨਹੀਂ ਹੈਗਾ। ਉਹ ਅਜੀਬੋ ਗਰੀਬ ਜਿਹੇ ਕਮਰਸ਼ੀਅਲਿਜ਼ਮ ਦੇ ਪਿੱਛੇ ਪਏ ਨੇ। ਐਸਾ ਕਮਰਸ਼ੀਅਲਿਜ਼ਮ ਜਿਹਦਾ ਤਲਕ ਇਸ ਧਰਤੀ ਦੇ ਨਾਲ ਨਹੀਂ ਹੈਗਾ, ਇੱਥੋਂ ਦੇ ਲੋਕਾਂ ਦੇ ਨਾਲ ਨਹੀਂ ਹੈਗਾ, ਇੱਥੇ ਦੀ ਰਵਾਇਤ ਨਾਲ ਨਹੀਂ ਹੈਗਾ। ਅਤੇ ਜਿਹੜੀਆਂ ਚੀਜ਼ਾਂ ਇੱਥੋਂ ਦੇ ਲੋਕਾਂ ਨਾਲ ਜੁੜੀਆਂ ਨੇ ਉਹਨਾਂ ਸਾਰੀਆਂ ਨੂੰ ਉਹਨਾਂ ਨੇ ਇੱਕ ਪਾਸੇ ਰੱਖ ਦਿੱਤਾ। ਮੈਨੂੰ ਯਾਦ ਆਉਂਦਾ ਹੈ ਕਿ ਸਾਡੇ ਬੜੇ ਇੱਕ ਨਾਮਵਰ ਫਨਕਾਰ ਨੇ, ਆਲਮ ਲੋਹਾਰ। ਪੰਜਾਬ, ਪੂਰੀ ਦੁਨੀਆ 'ਚ ਪੰਜਾਬੀ ਸਮਝਣ ਵਾਲੇ, ਬੋਲਣ ਵਾਲੇ ਲੋਕ ਜਿਹੜੇ ਨੇ ਉਹ ਆਲਮ ਲੋਹਾਰ ਨੂੰ ਵੀ ਜਾਣਦੇ ਨੇ। ਉਹਨਾਂ ਦਾ ਜਿਹੜਾ ਬੇਟਾ ਵੇ ਆਰਫ ਲੋਹਾਰ, ਉਹ ਬਹੁਤ ਅੱਛਾ ਸਿੰਗਰ ਹੈ। ਅਤੇ ਆਲਮ ਲੋਹਾਰ ਜਿਹੜੇ ਸਨ ਇਹ 80s ਦੇ ਵਿੱਚ ਫੌਤ ਹੋਏ ਇੱਕ ਹਾਦਸੇ ਦੇ ਵਿੱਚ। ਉਹਨਾਂ ਦਾ ਇੱਕ ਕਿੱਸਾ ਹੈ। ਆਲਮ ਲੋਹਾਰ ਨੂੰ ਇੱਕ ਫਿਲਮੀ ਹੀਰੋਇਨ ਜਿਹੜੀ ਹੁਣ ਵੀ ਹਯਾਤ ਹੈ ਉਹਦੇ ਨਾਲ ਇਸ਼ਕ ਹੋ ਗਿਆ। ਇਹ ਹਕੀਕੀ ਗੱਲ ਹੈ। ਇਸ਼ਕ ਹੋ ਗਿਆ ਅਤੇ ਆਲਮ ਲੋਹਾਰ ਨੂੰ ਕੰਸਰਟ ਬਹੁਤ ਮਿਲਦੇ ਸਨ। ਇਹ ਲਗਭਗ ਉਹੀ ਦੌਰ ਹੈ ਜਿਹੜਾ ਅਮਰ ਸਿੰਘ ਚਮਕੀਲਾ ਦਾ ਹੈ। ਅਤੇ ਉਹਨਾਂ ਨੂੰ ਖਾੜਿਆਂ 'ਚ, ਮੇਲਿਆਂ 'ਚ, ਥੀਏਟਰਾਂ 'ਤੇ ਕੰਮ ਬੇਤਹਾਸ਼ਾ ਮਿਲਦਾ ਸੀ। ਜ਼ਿੰਦਗੀ ਸਾਦਾ ਸੀ ਅਤੇ ਪੈਸੇ ਵੀ ਆਲਮ ਲੋਹਾਰ ਕੋਲ ਆ ਗਏ। ਅਤੇ ਉਹ ਫਿਲਮੀ ਹੀਰੋਇਨ ਨੂੰ ਇਹੋ ਹੀ ਸੀ ਕਿ ਇਹਦੇ ਕੋਲੋਂ, ਇਹ ਸਾਦਾ ਫਨਕਾਰ ਦੇ ਕੋਲੋਂ ਪੈਸੇ ਕਢਾਏ ਜਾਣ। ਅਤੇ ਉਹਦੇ ਇਰਦ ਗਿਰਦ ਦੇ ਬੰਦਿਆਂ ਨੇ ਮਸ਼ਵਰਾ ਦਿੱਤਾ ਕਿ ਤੁਸੀਂ ਆਲਮ ਲੋਹਾਰ ਨੂੰ ਕਹੋ ਕਿ ਇੱਕ ਫਿਲਮ ਬਣਾਵੇ ਅਤੇ ਤੁਹਾਨੂੰ ਹੀਰੋਇਨ ਲਵੇ। ਆਲਮ ਲੋਹਾਰ ਦੇ ਅੱਗੇ ਜਦੋਂ ਇਹ ਰੱਖਿਆ ਗਿਆ, ਸੁਜੈਸ਼ਨ ਰੱਖੀ ਗਈ, ਅਤੇ ਉਹ ਦਿਲੋਂ ਜਾਨ ਤਿਆਰ ਹੋ ਗਿਆ। ਔਰ ਉਹਨੇ ਫਿਰ ਕਿਹਾ ਜੀ ਕਿ ਅੱਛਾ ਹਿਸਾਬ ਲਾਓ ਕਿ ਕਿਹੜੇ ਕੰਮ ਦੇ ਉੱਤੇ ਕਿੰਨੇ ਪੈਸੇ ਲੱਗਣਗੇ। ਉਹਨੂੰ ਦੱਸਿਆ ਗਿਆ ਕਿ ਜਨਾਬ ਡਾਇਰੈਕਟਰ ਰੱਖਣ ਦੇ ਇੰਨੇ ਪੈਸੇ ਲਵਾਂਗੇ, ਇਹ ਫਿਲਮ ਆਏਗੀ, ਇਹ ਬਾਕੀ ਚੀਜ਼ਾਂ ਹੋਣਗੀਆਂ, ਗਾਣੇ ਲਿਖਣ ਵਾਲੇ ਹੋਣਗੇ। ਕੁਝ ਗਾਣੇ ਆਲਮ ਲੋਹਾਰ ਨੇ ਕਿਹਾ ਮੈਂ ਆਪੇ ਗਾਵਾਂਗਾ। ਉਹਨਾਂ ਨੇ ਠੀਕ ਹੈ ਜੀ, ਚਲੋ ਇਹ ਬੱਚਤ ਹੋਈ। ਸਾਰੇ ਹਿਸਾਬ ਕਿਤਾਬ ਹੋ ਗਏ, ਆਉਣ ਜਾਣ ਦੇ ਖਰਚੇ, ਸ਼ੂਟਿੰਗ ਦੇ ਖਰਚੇ, ਜਿਹੜੇ ਹੈਲਪਰ ਸਟਾਫ ਹੈ ਉਹਦਾ। ਅਤੇ ਇੱਕ ਖਰਚਾ ਜਿਹੜਾ ਸੀ ਉਹ ਮਲਬੂਸਾਤ, ਡਰੈਸਿਸ ਦਾ ਸੀ।
ਉਹ ਲਹਿੰਗਾ ਜਿਹੜਾ ਸੀ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੇ ਕਿਹਾ ਕਿ ਜ਼ਮੁਰਦ ਬੇਗਮ ਵਾਸਤੇ ਉਹ ਲਹਿੰਗਾ ਬਣਾਉਣਾ, ਸ਼ਨੀਲ ਦਾ ਸੁਰਖ ਰੰਗ ਦਾ। ਇੰਨੀ ਗੱਲ ਤਾਂ ਹੋ ਗਈ, ਲੇਕਿਨ ਉਹਦੇ ਵਿੱਚ ਹੋਰ ਪਤਾ ਨਹੀਂ ਕੀ ਆਰਾਇਸ਼ੀ ਚੀਜ਼ਾਂ ਲਾਉਣੀਆਂ ਸੀ। ਅਤੇ ਆਲਮ ਲੁਹਾਰ ਨੂੰ ਕਿਹਾ ਗਿਆ ਕਿ ਜਨਾਬ ਇਹਦੇ ਪੈਸੇ ਦਿਓ ਇਹ ਡਰੈਸ ਵਾਸਤੇ। ਉਹਨੇ ਪੈਸੇ ਦਿੱਤੇ। ਔਰ ਅਜੀਬੋ ਗਰੀਬ ਗੱਲ ਹੈ ਕਿ ਇੱਕ ਬੰਦਾ ਮੁਹੱਬਤ ਦੇ ਵਿੱਚ ਸਾਰਾ ਕੁਝ ਲੁਟਾਉਣ ਨੂੰ ਤਿਆਰ ਹੈ, ਅਤੇ ਜਿਹੜਾ ਲੁੱਟਣ ਵਾਲਾ ਹੈ ਉਹਨੂੰ ਇਸ ਗੱਲ ਦਾ ਖਿਆਲ ਹੀ ਨਹੀਂ। ਉਹ ਸਾਰੇ ਪੈਸੇ ਜਿਹੜੇ ਆਲਮ ਲੁਹਾਰ ਦੇ ਸਨ ਉਹ ਜ਼ਮੁਰਦ ਦੇ ਉਸ ਲਹਿੰਗੇ ਦੇ ਉੱਤੇ ਲੱਗ ਗਏ। ਪੂਰੀ ਫਿਲਮ ਜਿੰਨਾ ਪੈਸਿਆਂ 'ਚ ਬਣਨੀ ਸੀ। ਅਤੇ ਇਹ ਮਾਸੂਮੀਅਤ ਸੀ ਉਸ ਫਨਕਾਰ ਦੀ। ਇਹਦੇ ਉੱਤੇ ਕਹਾਣੀ ਬਣ ਸਕਦੀ ਔਰ ਇੱਧਰ ਦਾ ਅਗਰ ਕੋਈ ਚਾਹਵੇ ਤਾਂ ਬੰਦਾ। ਇਸੇ ਤਰ੍ਹਾਂ ਮੈਨੂੰ ਯਾਦ ਹੈ ਕਿ ਅਸੀਂ ਆਪਣੇ ਬਚਪਨ 'ਚ ਬਹੁਤ ਪੜ੍ਹਿਆ, ਉਹਨਾਂ ਦੇ ਸ਼ੇਰ ਵੀ ਪੜ੍ਹੇ, ਉਹਨਾਂ ਦੇ ਬਾਰੇ ਤਜੱਸੁਸ ਵੀ ਹੁੰਦਾ ਸੀ ਕਿ ਯਾਰ ਐਡਾ ਵੱਡਾ ਸ਼ਾਇਰ ਅਤੇ ਐਡੀ ਦਰਵੇਸ਼ੀ ਦੇ ਨਾਲ ਲਾਹੌਰ ਦੀਆਂ ਸੜਕਾਂ 'ਤੇ ਸੌਂਦਾ, ਲਾਹੌਰ ਦੀਆਂ ਸੜਕਾਂ 'ਤੇ ਬਹਿੰਦਾ, ਅਜੀਬੋ ਗਰੀਬ ਹੁਲੀਆ ਇੱਕ ਕੰਬਲ ਦੇ ਵਿੱਚ ਜਿਹੜਾ ਭੁੰਜ 'ਤੇ ਵੀ ਵਿਛਾ ਲੈਣਾ ਅਤੇ ਉੱਤੇ ਵੀ ਲੈ ਲੈਣਾ। ਅਤੇ ਜੇ ਉਹਨੂੰ ਸਦਰ ਅਯੂਬ ਨੇ ਬੁਲਾ ਲਿਆ ਤਾਂ ਉਹਨੇ ਜਾਣ ਤੋਂ ਇਨਕਾਰ ਕਰਤਾ। ਸਾਗਰ ਸਦੀਕੀ, फ़कीह शहर ने तहमत लगाई सागर पर, ये शख्स दर्द की दौलत को आम करता है। तो वो वाले सागर सदीकी कई कहानियां फिल्मी लोग उहदे कोल आउंदे सी कैसे कैसे। थोड़ी दूर ही ਜਿਹੜੇ ਸੜਕਾਂ 'ਤੇ ਜਿਹੜੇ ਫੁੱਟਪਾਥਾਂ 'ਤੇ ਸਾਗਰ ਸਦੀਕੀ ਰਹਿੰਦਾ ਸੀ, ਫਿਰਦਾ ਸੀ, ਉਹਦੇ ਤੋਂ ਥੋੜ੍ਹੀ ਦੂਰ ਹੀ ਗੁਜ਼ਾਰੇ ਹੁਸਨ ਲਾਹੌਰ ਦਾ, ਜਿਹਨੂੰ ਹੀਰਾ ਮੰਡੀ ਵੀ ਕਹਿੰਦੇ ਨੇ। ਬਹੁਤ ਸਾਰੀਆਂ ਤਵਾਇਫਾਂ ਉਹਨਾਂ ਦੀਆਂ ਅਕੀਦਤਮੰਦ, ਉਹਦੇ ਵਿੱਚ ਕਈ ਕਹਾਣੀਆਂ ਬਣ ਸਕਦੀਆਂ ਸੀ, ਪਰ ਕਿਸੇ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਕਿਸੇ ਨੇ ਇਹ ਸੋਚਿਆ ਹੀ ਨਹੀਂ ਹੈਗਾ ਕਿ ਜਿਹੜੀ ਇੱਕ ਮੁਜ਼ਾਹਮਤ ਦੀ, ਇੱਕ ਕਿਰਦਾਰ ਦੀ ਜੁਰਤ ਸਾਗਰ ਸਦੀਕੀ ਨੇ ਵਿਖਾਈ ਕਿ ਵੱਡੇ ਵੱਡੇ ਨਾਮਵਰ ਅਵਾਰਡ ਯਾਫਤਾ ਜਿਹੜੇ ਸ਼ਾਇਰ ਨੇ ਉਹ ਕਿਸੇ ਹੁਕਮਰਾਨ ਦੇ ਇੱਕ ਇਸ਼ਾਰੇ 'ਤੇ ਭੱਜੇ ਜਾਂਦੇ ਨੇ, ਅਤੇ ਸਾਗਰ ਨੇ ਉਸ ਵਕਤ ਦੇ ਤਾਕਤਵਰ ਤਰੀਨ ਆਦਮੀ ਅਯੂਬ ਖਾਨ ਨੂੰ ਮਿਲਣ ਤੋਂ ਇਨਕਾਰ ਕਰਤਾ। ਉਹਨੇ ਕਿਹਾ ਮੈਂ ਮਿਲਣਾ ਚਾਹੁੰਦਾ, ਉਹਨੇ ਇਨਕਾਰ ਕਰ ਦਿੱਤਾ, ਮੈਂ ਨਹੀਂ ਮਿਲਣਾ ਚਾਹੁੰਦਾ। ਅਤੇ ਇਹੋ ਜਿਹੀ ਸ਼ਖਸੀਅਤ ਜਿਹੜੀਆਂ ਨੇ ਉਹਨਾਂ 'ਤੇ ਫਿਲਮਾਂ, ਡਰਾਮੇ ਅਸੀਂ ਕਿਉਂ ਨਹੀਂ ਬਣਾ ਸਕਦੇ। ਜੁਰਤ ਵਿਖਾਈ ਇੰਡੀਅਨ ਪੰਜਾਬ ਦੇ ਦੋਸਤਾਂ ਨੇ ਕਿ ਉਹਨਾਂ ਨੇ ਅਮਰ ਸਿੰਘ ਚਮਕੀਲਾ ਦੇ ਉੱਤੇ ਇੱਕ ਬਹੁਤ ਅੱਛੀ ਫਿਲਮ ਬਣਾਈ, ਔਰ ਇਹ ਕਹਾਣੀ ਜਿਹੜੀ ਸੀ ਇਹ ਟ੍ਰਿਬਿਊਟ ਵੀ ਸੀ ਉਸ ਲੋਕ ਫਨਕਾਰ ਨੂੰ ਜਿਹੜਾ ਖਰਾ ਸੀ ਅੰਦਰੋਂ। ਉਹਦੇ ਰੋਜ਼ਗਾਰ ਨੇ, ਉਹਦੀ ਮਜਬੂਰੀਆਂ ਨੇ ਉਹਨੂੰ ਡਰਟੀ ਸੌਂਗਸ ਦੇ ਵੱਲ ਲੈ ਕੇ ਜ਼ਰੂਰ ਗਈਆਂ, ਲੇਕਿਨ ਉਹਦਾ ਫਨ ਤਾਂ ਸੱਚਾ ਸੀ, ਉਹ ਆਪਣੀ ਜਗ੍ਹਾ 'ਤੇ ਸੀ। ਅਤੇ ਅਗਰ ਉਹ ਟ੍ਰਿਬਿਊਟ ਪੇਸ਼ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਇਹ ਇੱਕ ਦਾਵਤ ਫਿਕਰ ਮੈਂ ਦੇ ਰਿਹਾ ਆਪਣੇ ਵਲੌਗ ਦੇ ਜ਼ਰੀਏ ਕਿ ਸਾਡੇ ਜਿਹੜੇ ਲੋਕ ਨੇ, ਜਿਹੜੇ ਸ਼ੋਬਿਜ਼ ਦੇ ਵਾਸਤੇ ਕੰਮ ਕਰ ਰਹੇ ਨੇ, ਜਿਹੜੇ ਡਰਾਮੇ ਬਣਾ ਰਹੇ ਨੇ ਇੱਥੇ, ਉਹਨਾਂ ਨੂੰ ਥੋੜ੍ਹਾ ਜਿਹਾ ਇਸ ਪਾਸੇ ਵੀ ਹੋਣਾ ਪਏਗਾ। ਅਹਿਮਦ ਖਾਨ ਖਰਲ ਦੇ ਉੱਤੇ ਮੈਨੂੰ ਯਾਦ ਹੈ ਕਾਫੀ ਅਰਸਾ ਪਹਿਲੇ ਸ਼ਾਇਦ PTV ਨੇ ਇੱਕ ਡਰਾਮਾ ਬਣਾਇਆ ਸੀ, ਅਤੇ 1857 ਦੀ ਜੰਗੇ ਆਜ਼ਾਦੀ ਦੇ ਹਵਾਲੇ ਨਾਲ ਪੰਜਾਬ ਦਾ ਇੱਕ ਮੁਜ਼ਾਹਮਤੀ ਕਿਰਦਾਰ, ਉਹਦੇ ਉੱਤੇ ਕਿਉਂ ਨਹੀਂ ਬਣ ਸਕਦਾ ਡਰਾਮਾ ਜਾਂ ਫਿਲਮ। ਇਹ ਗੱਲਾਂ ਜਿਹੜੀਆਂ ਖੁੱਲ੍ਹਦੀਆਂ ਪਈਆਂ ਨੇ ਸਾਡੇ ਲੋਕਾਂ ਦੀ ਆਜ਼ਾਦੀ ਦੀ, ਉਹਨਾਂ ਦੀ ਜੁਰਤਮੰਦੀ ਦੀ, ਬਹਾਦਰੀ ਦੀ, ਔਰ ਉਹਨਾਂ ਦੇ ਹੁਨਰ ਦੀ ਜਿਹਦੇ ਵਿੱਚ ਤਾਰੀਫ ਹੈ, ਉਹ ਗੱਲਾਂ ਕਿਉਂ ਨਹੀਂ ਮੌਜੂ ਬਣਦੀਆਂ ਪਈਆਂ ਸਾਡੇ। ਅਤੇ ਇਸ ਦਾਵਤ ਫਿਕਰ ਦੇ ਨਾਲ ਰੁਖਸਤ ਚਾਹਾਂਗਾ ਕਿ ਅਸੀਂ ਜਿੱਥੇ ਵੀ ਹੈਗੇ ਹਾਂ, ਅਸੀਂ ਜਿਹੜੀ ਹੈਸੀਅਤ 'ਚ ਵੀ ਹੈਗੇ ਹਾਂ, ਇਹ ਲੋਕ ਸਾਡੀ ਤਵੱਜੋ ਦੇ ਮੁਸਤਹਿਕ ਨੇ, ਅਤੇ ਸਾਨੂੰ ਵੀ ਚਾਹੀਦਾ ਕਿ ਆਪਣੇ ਫਨਕਾਰਾਂ ਦੀ ਕਦਰ ਕਰੀਏ ਔਰ ਇਹਨਾਂ ਵਾਸਤੇ ਕੋਈ ਕੰਮ ਐਸਾ ਕਰੀਏ ਕਿ ਜਿਹੜਾ ਉਹ ਸਮਝਣ ਕਿ ਸਾਨੂੰ ਵੀ ਟ੍ਰਿਬਿਊਟ ਕਿਸੇ ਨੇ ਦਿੱਤਾ, ਸਾਨੂੰ ਵੀ ਕਿਸੇ ਨੇ ਚੰਗੇ ਲਫ਼ਜ਼ਾਂ 'ਚ ਯਾਦ ਕੀਤਾ, ਔਰ ਤਾਰੀਖ ਦਾ ਸਾਨੂੰ ਵੀ ਕਿਸੇ ਨੇ ਮਸਬਤ ਚਿਹਰਾ ਬਣਾ ਕੇ ਪੇਸ਼ ਕੀਤਾ। ਬਹੁਤ ਮਿਹਰਬਾਨੀ।